8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੂੰ ਸਮਰਪਿਤ ਪੱਤਰਕਾਰ ਸੰਸਥਾਵਾਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਦੇ ਯੂਨਿਟ ਬਿਲਗਾ ਨੂਰਮਹਿਲ ਦੇ ਪ੍ਰਧਾਨ ਪਾਰਸ ਨਈਅਰ, ਰਿੱਕੀ ਭੱਟੀ, ਗੌਤਮ ਨਾਹਰ ਅਤੇ ਸਮੂਹ ਮੈਂਬਰ ਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਯੂਨਿਟ ਨੂਰਮਹਿਲ ਦੇ ਗੁਰਦੀਪ ਸਿੰਘ ਤੱਗੜ, ਚੇਅਰਮੈਨ ਬਾਲਕ੍ਰਿਸ਼ਨ ਬਾਲੀ, ਸਮੂਹ ਮੈਂਬਰ ਅਤੇ ਹੋਰ ਪੱਤਰਕਾਰ ਸਾਥੀਆਂ ਦੀ ਅਗਵਾਈ ਵਿੱਚ ਇਤਿਹਾਸਕ ਸਰਾਂ ਨੇੜੇ ਪੁਰਾਣਾ ਬੱਸ ਅੱਡਾ ਨੂਰਮਹਿਲ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਹਮਾਇਤ ਕਰਦੇ ਵੱਖ-ਵੱਖ ਸੰਗਠਨ ਅਤੇ ਬੀਜੇਪੀ ਤੋਂ ਇਲਾਵਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਹਨਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਕਿ ਦੇਸ਼ ਦਾ ਭਲਾ ਸੋਚਦੇ ਹੋਏ 3 ਕਿਸਾਨ ਵਿਰੋਧੀ ਬਿੱਲਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਤੇ ਵਿਧਾਇਕ ਹਲਕਾ ਨਕੋਦਰ ਗੁਰਪ੍ਰਤਾਪ ਸਿੰਘ ਬਡਾਲਾ, ਸੀਨੀਅਰ ਬਸਪਾ ਆਗੂ ਜਗਦੀਸ਼ ਸ਼ੇਰਪੁਰੀ, ਪ੍ਰਧਾਨ ਬਸਪਾ ਵਿਧਾਨ ਸਭਾ ਹਲਕਾ ਨਕੋਦਰ ਦੇਵਰਾਜ ਸੁਮਨ, ਮੈਂਬਰ ਸੂਬਾ ਸਕੱਤਰ ਜਮਹੂਰੀਅਤ ਕਾਰ ਸਭਾ ਪੰਜਾਬ ਜਸਵਿੰਦਰ ਸਿੰਘ ਭੋਗਲ, ਸੂਬਾ ਆਗੂ ਪੇਂਡੂ ਮਜ਼ਦੂਰ ਯੂਨੀਅਨ ਹੰਸਰਾਜ ਪਪਮਾ, ਨਾਇਨ ਅਸ਼ੋਕ ਸੰਧੂ, ਜੰਗ ਬਹਾਦਰ ਕੋਹਲੀ, ਧਰਮਪਾਲ ਪਾਲਾ, ਸਰਪੰਚ ਕੰਦੋਲਾ ਕਲਾ ਤੋਂ ਇਲਾਵਾ ਸਮੂਹ ਦੁਕਾਨਦਾਰ ਅਤੇ ਭਾਰੀ ਗਿਣਤੀ ਵਿੱਚ ਪੰਥ ਤੇ ਸੱਜਣ ਅਤੇ ਔਰਤਾਂ ਸਮੂਹ ਪੱਤਰਕਾਰ ਹਾਜ਼ਰ ਸਨ। BBB ਨਿਊਜ਼ ਲਈ ਨੂਰਮਹਿਲ ਤੋਂ ਖਾਸ ਰਿਪੋਰਟ। ਅੱਜ ਸਾਰੇ ਪੰਜਾਬ ਦੇ ਵਿੱਚ ਭਾਰਤ ਬੰਦ ਨੂੰ ਬਹੁਤ ਤਕੜਾ ਹੁੰਗਾਰਾ ਮਿਲਿਆ ਹੈ ਤੇ ਮੁਕੰਮਲ ਪੰਜਾਬ ਬੰਦ ਰਿਹਾ ਤੇ ਸਾਰਾ ਭਾਰਤ ਬੰਦ ਵੀ ਰਿਹਾ। ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਐਲਾਨ ਇਹ ਕੀਤਾ ਗਿਆ ਸੀਗਾ ਕੁਝ ਹਫ਼ਤੇ ਪਹਿਲਾਂ ਕਿ 8 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ ਮੁਕੰਮਲ ਚੱਕਾ ਜਾਮ ਹੋਊਗਾ। ਇਹਦੇ ਵਿੱਚ ਸਾਰੇ ਹੀ ਵਰਗਾਂ ਨੇ, ਸਾਰੇ ਸਮਾਜ ਨੇ, ਸਾਰੀਆਂ ਜਥੇਬੰਦੀਆਂ ਨੇ, ਸਾਰੀਆਂ ਪਾਰਟੀਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ, ਇਹਦੀ ਸਪੋਰਟ ਕੀਤੀ ਆ। ਇਹ ਬੜਾ ਜ਼ਰੂਰੀ ਸੀ ਕਰਕੇ ਆਪਾਂ ਸਾਰਿਆਂ ਨੇ, ਖਾਸ ਤੌਰ ਪੰਜਾਬੀਆਂ ਨੇ ਕੇਂਦਰ ਸਰਕਾਰ ਨੂੰ ਸੁਨੇਹਾ ਭੇਜਣਾ ਸੀ ਕਿ ਸਾਰਾ ਪੰਜਾਬ, ਉਹ ਜਿਹੜੇ ਦਿੱਲੀ ਬੈਠੇ ਨੇ ਕਿਸਾਨ, ਦਿੱਲੀ ਦੇ ਬਾਰਡਰ ਘੇਰ ਕੇ ਬੈਠੇ ਆ, ਉਹਨਾਂ ਦੇ ਨਾਲ ਸਾਰਾ ਪੰਜਾਬ ਇਸ ਸਮੇਂ ਖੜਾ ਆ। ਸਾਰਾ ਪੰਜਾਬ ਉਹਨਾਂ ਦੇ ਪਿੱਛੇ ਆ, ਉਹਨਾਂ ਦੀ ਸਪੋਰਟ ਤੇ ਆ। ਇੱਥੋਂ ਤਾਂ ਇਕੱਲੇ ਕਿਸਾਨ ਨਹੀਂ, ਕਿਸਾਨ ਤਾਂ ਮਜ਼ਦੂਰ ਇਕੱਠੇ ਹੀ ਆ। ਉਹਨਾਂ ਦਾ ਤਾਂ ਰਿਸ਼ਤਾ ਬਹੁਤ ਸਦੀਆਂ ਪੁਰਾਣਾ। ਵਪਾਰੀ ਵੀ ਨਾਲ ਨੇ, ਮੁਲਾਜ਼ਮ ਵੀ ਨਾਲ ਨੇ, ਉਦਯੋਗਪਤੀ ਵੀ ਨਾਲ ਨੇ, ਪ੍ਰੈਸ ਵਾਲੇ, ਕੋਈ ਵੀ ਐਸਾ ਵਰਗ ਨਹੀਂਗਾ ਜਿਹੜਾ ਇਹਨਾਂ ਦੀ ਸਪੋਰਟ ਨਹੀਂ ਕਰਦਾ ਉਹਨਾਂ ਕਿਸਾਨਾਂ ਦੀ। ਕਰਕੇ ਉਹ ਕਿਸਾਨ ਬੜੀ ਸੱਚੀ ਲੜਾਈ ਲੜ ਰਹੇ ਨੇ ਆਪਣੀ ਰੋਜ਼ੀ ਰੋਟੀ ਖਾਤਰ। ਉੱਥੇ ਵਿਚਾਰੇ ਠੰਡ ਨੂੰ ਆਪਣੇ ਝੱਲਦੇ ਹੋਏ, ਮੁਸ਼ਕਲਾਂ ਨੂੰ ਝੱਲਦੇ ਹੋਏ ਦਿੱਲੀ ਜਾ ਕੇ ਬੈਠੇ ਆ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਭਾਰਤ ਬੰਦ ਨੇ ਕੇਂਦਰ ਸਰਕਾਰ ਨੂੰ ਫਿਰ ਇੱਕ ਵਾਰੀ ਸੁਨੇਹਾ ਦਿੱਤਾ ਕਿ ਕੇਂਦਰ ਸਰਕਾਰ ਨੂੰ ਛੇਤੀ ਕਿਸਾਨਾਂ ਦੇ ਮਸਲਿਆਂ 'ਤੇ ਗੌਰ ਕਰਕੇ ਉਹ ਜੋ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਹਿੰਦੁਸਤਾਨ ਦੀਆਂ, ਉਹ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਅਤੇ ਇਹਦੇ ਪਿੱਛੇ ਇਹਦੇ ਆਪਣੇ ਮਗਰ ਕੋਈ ਟਾਲਾ ਟੂਲਾ ਨਹੀਂ ਕਰਨਾ ਚਾਹੀਦਾ, ਕੋਈ ਆਪਣੇ ਟਾਲ ਮਟੋਲ ਜਾਂ ਇਹਨੂੰ ਲਮਕਾਉਣਾ ਨਹੀਂ ਚਾਹੀਦਾ। ਇੱਕ ਹੋਰ ਮੀਟਿੰਗ ਸੱਦੀ ਗਈ ਆ, ਉਹ ਸੈਂਟਰ ਸਰਕਾਰ ਜਾਂ ਨਹੀਂ ਮੰਨਦੀ ਆ ਤਾਂ ਫਿਰ ਆਪਣੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਊਗੀ? ਦੇਖੋ, ਕਿਸਾਨ ਤਾਂ ਕਹਿੰਦੇ ਨੇ ਕਿ ਜਿੰਨਾ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ, ਨਵੇਂ ਕਾਨੂੰਨ ਲੈ ਕੇ ਨਹੀਂ ਆਉਂਦੀ ਜਾਂ ਕਿਸਾਨਾਂ ਦੀ ਤਸੱਲੀ ਨਹੀਂ ਕਰਦੀ MSP ਦੇ ਮੁਤਲਕ, ਮੰਡੀਕਰਨ ਦੇ ਮੁਤਲਕ ਜਾਂ ਹੋਰ ਜਿੰਨੇ ਵੀ ਮਸਲੇ ਨੇ ਕਿਸਾਨੀ ਦੇ, ਉਹਨਾਂ ਤੱਕ ਇਹ ਸੰਘਰਸ਼ ਜਾਰੀ ਰਹੂਗਾ ਤੇ ਉਹਨਾਂ ਤੱਕ ਦਿੱਲੀ ਦਾ ਘਿਰਾਓ ਜਿਉਂ ਦਾ ਤਿਉਂ ਰਹੂਗਾ। ਸੋ ਇਸ ਕਰਕੇ ਬਹੁਤ ਨਾਜ਼ੁਕ ਮੋੜ ਤੇ ਇਸ ਵੇਲੇ ਸੰਘਰਸ਼ ਆ ਗਿਆ। 3 ਮਹੀਨੇ ਕੋਈ ਥੋੜੇ ਨਹੀਂ ਹੁੰਦੇ। ਦਿੱਲੀ ਦੀ ਸਾਰੀ ਆਪਣੇ ਆਵਾਜਾਈ ਬੰਦ ਆ ਤੇ ਇਹ ਕੇਂਦਰ ਸਰਕਾਰ ਨੂੰ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜਲਦੀ ਫੈਸਲਾ ਕਰਨਾ ਚਾਹੀਦਾ। ਕੇਂਦਰ ਸਰਕਾਰ ਲਈ ਕੋਈ ਵੱਡਾ ਫੈਸਲਾ ਵੀ ਨਹੀਂਗਾ, ਬੜੇ ਆਰਾਮ ਨਾਲ MSP ਦਾ, ਮੰਡੀਕਰਨ ਦਾ ਜਾਂ ਇਹਨਾਂ 3 ਕਾਨੂੰਨਾਂ ਬਾਰੇ ਕੇਂਦਰ ਸਰਕਾਰ ਕਿਸਾਨਾਂ ਦੀ ਜਿਹੜੀ ਮਰਜ਼ੀ ਆ, ਕਿਸਾਨਾਂ ਦਾ ਜਿਹੜਾ ਆਪਣਾ ਉਹਨਾਂ ਦੀ ਸੋਚ ਆ, ਉਹਦੇ ਮੁਤਾਬਕ ਫੈਸਲਾ ਕਰ ਸਕਦੀ ਆ। ਲੇਕਿਨ ਜੇ ਕੇਂਦਰ ਚਾਹੇ ਤਾਂ, ਸੋ ਅੱਜ ਚਾਹੀਦਾ ਆ ਕੇਂਦਰ ਸਰਕਾਰ ਨੂੰ, ਮੋਦੀ ਸਾਹਿਬ ਨੂੰ ਜਾਂ ਸਾਰੇ ਜਿੰਨੇ ਵੀ ਮੰਤਰੀ ਨੇ ਉਹਦੇ, ਜਿਹੜੇ ਉੱਥੇ ਜਾਂਦੇ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਕਿ ਇਹ ਮਸਲਾ ਜਲਦੀ ਨਿਬੇੜਿਆ ਜਾਵੇ। ਇਹਦੇ ਵਿੱਚੋਂ ਬ੍ਰੇਕ ਥਰੂ ਆਪਣੀ ਹੋਣੀ ਚਾਹੀਦੀ ਆ, ਡੈਡਲੌਕ ਖਤਮ ਹੋਣਾ ਚਾਹੀਦਾ ਤਾਂ ਕਿ ਕਿਸਾਨ ਵਿਚਾਰੇ ਆਪਣੇ ਘਰਾਂ ਨੂੰ ਵਾਪਸ ਆਉਣ, ਆਪਣੇ ਪਰਿਵਾਰਾਂ 'ਚ ਆਉਣ, ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ, ਆਪਣਾ ਜਿਹੜਾ ਹੈਗਾ ਕਿੱਤਾ ਕਰਨ, ਆਪਣੀ ਕਿਰਤ ਕਮਾਈ ਕਰਨ, ਵਾਪਸ ਆਪਣੇ ਘਰਾਂ ਨੂੰ, ਚਾਹੇ ਪੰਜਾਬ ਦੇ, ਹਰਿਆਣੇ ਦੇ ਜਾਂ ਰਾਜਸਥਾਨ ਦੇ, ਕਰਨਾਟਕ ਦੇ, ਕੇਰਲ ਦੇ, ਉੱਤਰ ਪ੍ਰਦੇਸ਼ ਦੇ, ਕਿਸੇ ਵੀ ਸੂਬੇ ਦੇ ਕਿਸਾਨ ਹੋਣ, ਉਹਨਾਂ ਨੂੰ ਘਰਾਂ ਨੂੰ ਵਾਪਸ ਜਾਣਾ ਚਾਹੀਦਾ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਆ।
ਪਰ ਮੈਂ ਸਾਰੇ ਪੰਜਾਬੀਆਂ ਦਾ, ਸਮੁੱਚੀਆਂ ਜਥੇਬੰਦੀਆਂ ਦਾ, ਸਮੁੱਚੇ ਸਮਾਜਿਕ ਵਰਗਾਂ ਦਾ ਬਹੁਤ ਬਹੁਤ ਆਭਾਰੀ ਹਾਂ, ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਬਹੁਤ ਵਧੀਆ ਸਪੋਰਟ ਦੇ ਕੇ ਇਹਨੂੰ ਕਾਮਯਾਬ ਕੀਤਾ ਤੇ ਉਹਨਾਂ ਨੇ ਦਿਲੋਂ ਇਹਦੀ ਜਿਹੜੀ ਇਸ ਬੰਦ ਦੀ ਹਮਾਇਤ ਕੀਤੀ ਆ। ਇਹ ਦਿਸਦਾ ਆ ਜਿਹੜਾ ਪੰਜਾਬੀਆਂ ਦਾ ਜਜ਼ਬਾ ਤਕੜਾ ਹੋ ਕੇ ਉੱਭਰ ਕੇ ਮੋਹਰੇ ਆਇਆ। ਇਹਨੂੰ ਕਹਿੰਦੇ ਸਰਬੱਤ ਦਾ ਭਲਾ ਮੰਗਦੇ ਆਪਾਂ ਤਾਂ ਦੁਨੀਆ ਦਾ ਭਲਾ ਕਰਨ ਵਾਲੇ ਲੋਕ ਆ ਤੇ ਫਿਰ ਆਪਣਾ ਨੁਕਸਾਨ ਕਿਉਂ ਕੋਈ ਕਰਨ ਜਾਵੇ। ਲੇਕਿਨ ਜਿਹੜਾ ਪੰਜਾਬੀਆਂ ਨੇ ਅੱਜ ਇਸ ਬੰਦ ਨੂੰ ਹੁੰਗਾਰਾ ਦਿੱਤਾ, ਸਪੋਰਟ ਦਿੱਤੀ ਹੈ, ਬਹੁਤ ਬਹੁਤ ਸਾਰੇ ਪੰਜਾਬੀਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਸਾਡੇ ਤੇ ਆ ਸਹਿਯੋਗ ਕਰਦੇ ਆ, ਉਹਨਾਂ ਦਾ ਵੀ ਧੰਨਵਾਦ। ਨਰਮਲ ਸਿੰਘ ਜਿਹੜੇ ਉਹਨਾਂ ਨਾਲ ਸਾਗੋ ਸੰਘਾਂ ਤੋਂ, ਉਹਨਾਂ ਦਾ ਵੀ। ਮੈਂ ਪੇਂਡੂ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਹੰਸਰਾਜ ਪੱਬਮਾ ਅੱਜ ਇੱਥੇ ਜਿਹੜਾ ਬੰਦ ਨੂੰ ਸਫਲ ਬਣਾਉਣ ਦੇ ਲਈ ਮੈਨੂੰ ਕੱਲ੍ਹ ਇਹਨਾਂ ਨਾਲ ਤਾਲਮੇਲ ਹੋਇਆ ਸੀ। ਜਿਹੜਾ ਪੱਤਰਕਾਰ ਭਾਈਚਾਰਾ ਨੂਰਮਹਿਲ ਦੇ ਇਹਨਾਂ ਸਾਥੀਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਇਹਨਾਂ ਨੇ ਪਹਿਲ ਕਦਮੀ ਕੀਤੀ ਆ, ਪ੍ਰਬੰਧਕੀ ਕੰਮ ਸਾਰੇ ਕਰਕੇ ਲੋਕਾਂ ਨੂੰ ਇੱਥੇ ਲਾਮਬੰਦ ਕੀਤਾ। ਜਿਹਦੇ ਅਸੀਂ ਪਹਿਲਾਂ ਟੋਲ ਪਲਾਜ਼ੇ ਤੇ ਜਾਣਾ ਸੀ, ਪਰ ਅਸੀਂ ਵੱਡੀ ਗਿਣਤੀ ਵਿੱਚ ਮਜ਼ਦੂਰ ਲੋਕਾਂ ਨੂੰ ਜਿਹੜਾ ਇੱਥੇ ਲੈ ਕੇ ਆਏ ਆ, ਕਿਉਂਕਿ ਜਿੱਥੇ ਤਿੰਨੇ ਖੇਤੀ ਸੋਧ ਵੈਲੇ ਆ ਉਹਨਾਂ ਦੇ ਵਿੱਚ ਸੋਧਾਂ ਕੀਤੀਆਂ, ਉਹਦੇ ਨਾਲ ਹੀ ਜਿਹੜਾ ਮੋਦੀ ਨੇ ਕਿਰਤ ਕਾਨੂੰਨਾਂ ਵਿੱਚ ਵੀ ਸੋਧਾਂ ਕੀਤੀਆਂ, ਜਿਹਦੇ 'ਚ ਵੱਡੀ ਸੱਟ ਜਿਹੜੀ ਉਹਨੇ ਮਾਰੀ ਆ ਵੀ ਜਿਹੜੀ 8 ਘੰਟੇ ਦੀ ਦਿਹਾੜੀ ਸੀ, ਜਿਹੜੀ ਮਜ਼ਦੂਰਾਂ ਨੇ ਨੈਸ਼ਨਲ ਪੱਧਰ ਦੇ ਮਜ਼ਦੂਰਾਂ ਨੇ, ਇੰਟਰਨੈਸ਼ਨਲ ਮਜ਼ਦੂਰਾਂ ਨੇ ਬੜੀ ਜੱਦੋਜਹਿਦ ਨਾਲ ਖੂਨ ਬਹਾ ਕੇ ਉਹ 8 ਘੰਟੇ ਦੀ ਦਿਹਾੜੀ ਮਨਜ਼ੂਰ ਕਰਾਈ ਸੀ। ਉਹ ਅੱਜ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਸੋਧਾਂ ਕਰਕੇ ਉਸ ਦਿਹਾੜੀ ਨੂੰ 12 ਘੰਟੇ ਦੀ ਦਿਹਾੜੀ ਜਿਹੜਾ ਕਰ ਦਿੱਤਾ। ਜਿਹੜਾ ਤਿੰਨਾਂ 'ਚੋਂ ਸੂਬਿਆਂ 'ਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਸੀ ਉੱਥੇ ਉਹਨੂੰ ਲਾਗੂ ਵੀ ਕਰ ਦਿੱਤਾ, ਕਿਉਂਕਿ ਜੇ 12 ਘੰਟੇ ਦੀ ਦਿਹਾੜੀ ਇਹ ਹੁੰਦੀ ਆ ਉਹਦੇ ਨਾਲ ਪੈਸੇ ਉਨੇ ਹੀ ਮਿਲਣੇ ਪਹਿਲਾਂ ਜਿੰਨੇ, ਤੇ ਉੱਥੇ ਮਜ਼ਦੂਰ ਜਮਾਤ ਦਾ ਬਹੁਤ ਵੱਡਾ ਜਿਹੜਾ ਇਹਦੇ 'ਤੇ ਸ਼ੋਸ਼ਣ ਆ। ਸੋ ਮੋਦੀ ਸਰਕਾਰ ਜਿਹੜੀ ਆ ਆਪਣਾ ਤਾਨਾਸ਼ਾਹ ਰਵੱਈਆ ਛੱਡ ਕੇ ਉਹ ਜਿਹੜੇ ਦਿੱਲੀ ਕਿਸਾਨ ਬੈਠੇ ਆ, ਜਿਹੜੇ ਵੱਡੀ ਪੱਧਰ ਤੇ ਇਹ ਇੱਕ ਇੰਨਾ ਆਵਾਮ ਜਿਹੜਾ ਜੁੜ ਗਿਆ ਹਿੰਦੁਸਤਾਨ ਪੱਧਰ ਤੇ ਦੇ ਬਾਹਰਲੇ ਮੁਲਕਾਂ 'ਚ ਹਰ ਵਰਗ ਜਿਹੜਾ ਉਹ ਕਿਸਾਨਾਂ ਦੇ ਨਾਲ ਖੜਾ। ਮੋਦੀ ਨੂੰ ਚਾਹੀਦਾ ਵੀ ਜੇ ਕਿਸਾਨ ਜਿਹੜੇ ਆ ਉਹ ਨਹੀਂ ਚਾਹੁੰਦੇ ਉਹਨਾਂ ਦੇ ਖਿਲਾਫ ਜਾਂਦੇ ਕਾਨੂੰਨ ਤਾਂ ਉਹਨੂੰ ਰੱਦ ਕਰ ਦੇਣੇ ਚਾਹੀਦੇ ਆ। ਅੱਜ ਦੀ ਸਾਡੀ ਜਿਹੜੀ ਜ਼ੋਰਦਾਰ ਇਹੀ ਮੰਗਿਆ ਵੀ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦਿੱਲੀ ਦੀ ਥੱਕ ਦੇ ਉੱਤੇ ਚੜੇ ਹੋਏ ਆ ਔਰ ਇਹ ਸਾਨੂੰ ਮਾਣ ਦੀ ਗੱਲ ਹੈ ਜਿੱਥੇ ਕਿਸਾਨ ਦੇਸ਼ ਦੀ ਲੜਾਈ ਲੜਦੇ ਆ, ਸਾਡੇ ਦੇਸ਼ ਦੇ ਬਾਹਰਲੇ ਲੜਾਈ ਲੜਦੇ। ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ, ਯੂਨਿਟ ਨੂਰਮਹਿਲ ਸਮੂਹ ਅਤੇ ਜਰਨਲਿਸਟ ਪ੍ਰੈਸ ਕਲੱਬ ਪੰਜਾਬ, ਨੂਰਮਹਿਲ ਯੂਨਿਟ ਅਤੇ ਬਿਲਗਾ, ਉਹਨਾਂ ਦੇ ਪ੍ਰਧਾਨ ਪਾਰਸ ਨਈਅਰ ਉੱਘੇ ਸਮਾਜ ਸੇਵਕ ਅਤੇ ਰਿੱਕੀ ਭੱਟੀ ਸਮਾਜ ਸੇਵਕ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਸਰਕਾਰ ਦੀਆਂ ਨੀਤੀਆਂ ਖਿਲਾਫ, ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅੱਜ ਸਮੂਹ ਜਥੇਬੰਦੀਆਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ। ਅਸੀਂ ਫਿਰ ਇੱਕ ਵਾਰੀ ਪ੍ਰੈਸ ਕਲੱਬ ਐਸੋਸੀਏਸ਼ਨ, ਸ਼ਹੀਦ ਪ੍ਰੈਸ ਕਲੱਬ ਐਸੋਸੀਏਸ਼ਨ ਨੂਰਮਹਿਲ ਅਤੇ ਜਰਨਲਿਸਟ ਪ੍ਰੈਸ ਕਲੱਬ ਜਿਹੜਾ ਯੂਨਿਟ ਬਿਲਗਾ ਨੂਰਮਹਿਲ ਦਾ, ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਜਿਹੜੇ ਦਿੱਲੀ ਧਰਨਾ ਲਾ ਕੇ ਬੈਠੇ ਕਿਸਾਨ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਧੰਨਵਾਦ। ਕੁੱਟਿਆ ਗਿਆ ਵਿਦਿਆਰਥੀ ਦੀ ਐਜੂਕੇਸ਼ਨ ਫੇਰ ਕੀਤੀ ਗਈ। ਦੇਖੋ ਇੱਕ ਦਾ ਰਾਜਾ ਮੈਂ ਅੱਜ ਤੱਕ ਨਹੀਂ ਦੇਖਿਆ, ਕਿਉਂਕਿ ਦੇਸ਼ ਦੇ ਵਿੱਚ ਜਿਹੜੀ ਜਥੇਬੰਦੀ ਵੀ ਕੋਈ ਸੰਘਰਸ਼ ਕਰਨ ਕਿ ਅੱਜ ਸਾਡਾ ਦੇਸ਼ ਉਸਾਰ ਦੀ ਬਜਾਏ ਨਿਗਾਰ ਵੱਲ ਜਾ ਰਿਹਾ। ਜਦੋਂ ਤੋਂ ਭਾਜਪਾ ਸਰਕਾਰ ਦੇਸ਼ ਦੇ ਵਿੱਚ ਬਣੀ ਹੈ, RSS ਦੇ ਏਜੰਡੇ ਦੇ ਉੱਤੇ ਉਹ ਕੰਮ ਕਰ ਰਹੀ ਹੈ। ਉਹ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਔਰ ਮੁਲਾਜ਼ਮ ਸਾਰਿਆਂ ਲਈ ਘਾਤਕ ਸਿੱਧ ਹੋਈ ਹੈ। ਪੂਰਾ ਦੇਸ਼ ਅੱਜ ਤਰਾਹ ਕਰ ਰਿਹਾ। ਉਹਦਾ ਜਿਹੜਾ ਨਾਦਰਸ਼ਾਹੀ ਫਰਮਾਨ ਹੈ, ਉਹਦੇ ਹੁੱਕ ਐਂਡ ਕਰੁੱਕ ਜੋ ਕਹਿ ਦਿੰਦਾ ਮੂੰਹ 'ਚੋਂ ਉਹਨੂੰ ਪੂਰਾ ਕਰਦਾ। ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਜਿਹੜੇ ਲੋਕ ਹੁੰਦੇ ਆ, ਲੋਕ ਲਾਮਬੰਦ ਜਦੋਂ ਹੁੰਦੇ ਆ ਤਾਂ ਫਿਰ ਸਰਕਾਰਾਂ ਸਰਕੂਰਾਂ ਦੀ ਪਰਵਾਹ ਨਹੀਂ ਕਰਦੇ। ਔਰ ਐਲਾਨਿਆ ਭੈਣ ਕੁਮਾਰੀ ਮਾਇਆਵਤੀ ਜੀ ਨੇ ਵੀ ਅੱਜ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਕਿਸਾਨ ਬੈਠਾ, ਜੋ ਪ੍ਰੋਗਰਾਮ ਉਹ ਲੀਕਦੇ ਉਹਦੇ ਵਿੱਚ ਤੁਸੀਂ ਜਾ ਕੇ ਸ਼ਮੂਲੀਅਤ ਕਰਨੀ। ਔਰ ਸਾਡੀ ਪਾਰਟੀ ਅੱਜ ਪੂਰੇ ਦੇਸ਼ ਦੇ ਵਿੱਚ, ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਡਾਂਕੇ ਦੀ ਚੋਟ ਦੇ ਕਿਸਾਨਾਂ ਦੇ ਨਾਲ ਹੈ। ਮੈਂ ਵੀ 2-3 ਜਗ੍ਹਾ ਤੋਂ ਹੋ ਕੇ ਆਇਆ ਔਰ ਜਿੱਥੇ ਵੀ ਗਏ ਆ ਬੜਾ ਲੋਕਾਂ ਦੇ ਵਿੱਚ ਰੋਹ ਹੈ। ਅੱਜ ਕਿਸਾਨੀ ਜਿਹੜੀ ਹੈ ਉਹ ਨਿਗਾਰ ਵੱਲ ਜਾਏਗੀ ਤਾਂ ਦੇਸ਼ ਨਿਗਾਰ ਵੱਲ ਜਾਏਗਾ। ਔਰ ਜਿਹੜਾ ਇੱਕ ਇਸ ਦੀ ਆੜ, ਇਹਨਾਂ 6 ਬਿੱਲਾਂ ਦੇ ਆੜ ਦੇ ਵਿੱਚ ਇੱਕ ਇਹਨਾਂ ਨੇ ਹੋਰ ਅਹਿਮ ਜਿਹੜਾ ਬਿੱਲ ਹੈ ਉਹ ਪਾਸ ਕੀਤਾ, ਕਿਰਤ ਕਾਨੂੰਨ ਜਿਹੜਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਪਾਸ ਕੀਤਾ, ਉਹ ਸਭ ਤੋਂ ਨਿੰਦਣਯੋਗ ਹੈ, ਇਦੋਂ ਵੀ ਨਿੰਦਣਯੋਗ ਹੈ। ਉਹਦੇ ਵਿੱਚ ਮਜ਼ਦੂਰ ਦੀ ਕੋਈ ਵੈਲਿਊ ਨਹੀਂ ਰੱਖੀ। ਉਹ ਵੀ ਇੱਕ ਅਸੀਂ ਉਹਦੀ ਵੀ ਨਿੰਦਾ ਕਰਦੇ ਹਾਂ। ਜਿਹੜਾ ਖੇਤੀਬਾੜੀ ਬਿੱਲ ਹੈ
ਉਹ ਤੁਰੰਤ ਵਾਪਸ ਲੈਣਾ ਚਾਹੀਦਾ। ਜੇ ਉਹ ਅਗਰ ਨਹੀਂ ਲੈਂਦਾ ਤੇ ਜਥੇਬੰਦੀਆਂ ਜਿੱਦਾਂ ਦੀ ਵੀ ਰਣਨੀਤੀ ਤੱਤੀ ਜਾਂ ਠੰਡੀ ਜਿੱਦਾਂ ਦੀ ਵੀ ਕਰਨੀ ਹੈ ਉਹਦੇ 'ਚ ਅਸੀਂ ਸੰਘਰਸ਼ ਲਈ ਤਿਆਰ ਰਹਾਂਗੇ। ਚਾਹੇ ਕੁਝ ਵੀ ਕਰਨਾ ਪਵੇ ਅਸੀਂ ਤਿਆਰ ਹਾਂ। ਸਾਡੇ ਨੌਜਵਾਨ ਤਿਆਰ ਆ, ਸਾਡੀ ਪੂਰੀ ਟੀਮ ਤਿਆਰ ਹੈ, ਪੂਰੀ ਬਸਪਾ ਤਿਆਰ ਹੈ ਔਰ ਅਸੀਂ ਖੁੱਲ੍ਹ ਕੇ ਸਮਰਥਨ ਕਰਦੇ ਹਾਂ। ਔਰ ਦੇਸ਼ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ 11 ਰੈਲੀਆਂ ਕੀਤੀਆਂ ਜੋ ਕਿ ਕਿਸਾਨ ਵਿਰੋਧੀ ਬਿੱਲ ਦੇ ਨੂੰ ਸਮਰਪਿਤ ਕੀਤੀਆਂ ਔਰ ਹਰ ਜਗ੍ਹਾ ਦੇ ਵਿੱਚ ਆਪਣੇ ਡਾਂਕੇ ਦੀ ਚੋਟ ਤੇ ਕਿਹਾ ਕਿ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਬਹੁਜਨ ਸਮਾਜ ਪਾਰਟੀ ਜਾਂ ਜਿਹੜੇ ਸਾਡੇ ਸਾਥੀ ਆ ਕਿਸਾਨਾਂ ਦੇ ਨਾਲ ਖੜੀ ਉਹਨਾਂ ਚਿਰ ਨਾਲ ਰਹੇਗੀ। ਔਰ ਮੈਂ ਖਾਸ ਕਰਕੇ ਅੱਜ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਾਲਕ੍ਰਿਸ਼ਨ ਬਾਲੀ ਜੋ ਕਿ ਮੇਰੇ ਕਲਾਸ ਫੈਲੋ ਵੀ ਹੈ, ਪੱਤਰਕਾਰ ਹੈ, ਔਰ ਸਾਡੇ ਸਾਥੀ ਰਿੱਕੀ ਭੱਟੀ ਜੀ ਔਰ ਪਾਰਸ ਨਾਈਅਰ ਜੀ ਜਿਨ੍ਹਾਂ ਨੇ ਪੱਤਰਕਾਰ ਭਾਰਾਂ ਪਾਈਆਂ ਨੇ। ਸਾਰੇ ਪ੍ਰੋਗਰਾਮ ਦਾ ਜਿਹੜਾ ਅੱਜ ਉਹਨਾਂ ਨੇ ਇਹ ਮੈਨੇਜ ਵੀ ਕੀਤਾ ਔਰ ਕੰਟਰੋਲ ਵੀ ਕਰ ਰਿਹਾ, ਇਹ ਵਧਾਈ ਦੇ ਪਾਤਰ ਨੇ। ਜਦੋਂ ਮੀਡੀਆ ਕਿਸੇ ਲਾਮਬੰਦੀ ਦੇ ਨਾਲ ਜਾਂ ਜਥੇਬੰਦੀਆਂ ਨਾਲ ਖੜ ਜਾਂਦਾ ਤਾਂ ਫਿਰ ਜਿਹੜਾ ਸੰਘਰਸ਼ ਉਹ ਪਿੱਛੇ ਨਹੀਂ ਹਟਦਾ, ਫਿਰ ਉਹ ਸਰ ਕਰਕੇ ਪਿੱਛੇ ਮੁੜਦਾ। ਇਹਨਾਂ ਦਾ ਵੀ ਧੰਨਵਾਦ। ਔਰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਮੋਦੀ ਨੂੰ ਕਿ ਥੋੜ੍ਹੇ ਸਮੇਂ ਦੇ ਵਿੱਚ ਦੇਸ਼ ਦੀ ਜਿਹੜੀ ਹੈ ਉਹ ਸਦਾ ਬਦਲਣ ਜਾ ਰਹੀ ਹੈ ਔਰ ਜਿਸ ਤਰ੍ਹਾਂ ਲੋਕਾਂ ਨੇ ਸਦਾਮ ਨੂੰ ਘਰ ਦੇ ਵਿੱਚੋਂ ਕੱਢ ਕੇ ਨਾ ਉਹਦਾ ਜੋ ਹਸ਼ਰ ਕੀਤਾ ਇਸ ਤੋਂ ਵੀ ਮਾੜਾ ਭਾਜਪਾ ਦਾ ਹਸ਼ਰ ਹੋਣ ਵਾਲਾ ਔਰ ਐਲਾਨੀਆਂ ਕਹਿੰਦੇ ਆ ਕਿ ਹੋਏਗਾ। ਦੇਸ਼ ਜਿਹੜਾ ਹੈ ਉਹ ਅੱਜ ਦੁਖੀ ਹੈ, ਚਾਹੇ ਮਜ਼ਦੂਰ ਹੈ, ਕਿਸਾਨ ਹੈ, ਬਹੂ ਬੇਟੀਆਂ, ਉਹਨਾਂ ਦੀ ਇੱਜ਼ਤ ਮਹਿਫੂਜ਼ ਨਹੀਂ ਹੈ। ਪੂਰੇ ਦੇਸ਼ ਦੇ ਵਿੱਚ ਬੀਬੀਆਂ ਨੂੰ, ਸਾਡੀਆਂ ਭੈਣਾਂ ਨੂੰ, ਧੀਆਂ ਭੈਣਾਂ ਦਾ ਬਲਾਤਕਾਰ ਕੀਤਾ ਜਾਂਦਾ ਔਰ ਮੋਰੇ ਕੀ ਆਉਂਦਾ ਕਿ ਉਹ ਸਾਰਾ ਸਰਕਾਰ ਦੇ ਪਿੱਠੂ ਸਰਕਾਰ ਦੇ ਲੋਕ ਜਿਹੜੇ ਉਹ ਇਹ ਕੰਮ ਕਰਦੇ ਤਾਂ ਕਿ ਸਾਨੂੰ ਡਰਾਇਆ ਜਾ ਸਕੇ। ਪਰ ਜਦੋਂ ਲੋਕ ਇਕੱਠੇ ਹੁੰਦੇ ਫਿਰ ਡਰਦੇ ਨਹੀਂ, ਫਿਰ ਉਹ ਮਰਦੇ ਆ, ਮਰਨਗੇ ਔਰ ਮਾਰ ਕੇ ਮਰਨਗੇ। ਇਹ ਵੀ ਮੇਰਾ ਐਲਾਨ ਹੈ ਕਿ ਜੇ ਕੁਰਬਾਨੀਆਂ ਦੇਣੀਆਂ ਪਈਆਂ ਤਾਂ ਪਹਿਲਾਂ ਕੁਰਬਾਨੀਆਂ ਲਵਾਂਗੇ ਫਿਰ ਕੁਰਬਾਨੀ ਕਰਾਂਗੇ ਵੀ। ਤਾਂ ਧੰਨਵਾਦ ਸਾਰਿਆਂ ਦਾ। ਮੈਂ ਪੱਤਰਕਾਰ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਮਾਂ ਕੱਢ ਕੇ ਇਸ ਲੋਕ ਲਹਿਰ ਦੇ ਵਿੱਚ ਹਿੱਸਾ ਪਾਇਆ। ਤੁਹਾਡਾ ਸਾਰਾ ਧੰਨਵਾਦ। ਜੈ ਭੀਮ, ਜੈ ਭਾਰਤ। ਚਾਹੇ ਅਸੀਂ ਮਜ਼ਦੂਰ ਹੈ, ਅਸੀਂ ਕਿਸਾਨਾਂ ਦੇ ਨਾਲ ਹੈ, ਚਾਹੇ ਦੇਸ਼ ਦਾ ਵਪਾਰੀ ਵਰਗ ਹੈ, ਚਾਹੇ ਦੁਕਾਨਦਾਰ ਵੀਰ ਹੈ। ਜੈ ਹਿੰਦ ਜੀ। ਨੂਰਮਹਿਲ ਦੇ ਵਿੱਚ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਰਜਿਸਟਰਡ ਯੂਨਿਟ ਨੂਰਮਹਿਲ ਬਿਲਗਾ ਦੇ ਪ੍ਰਧਾਨ ਪਾਰਸ ਨਈਅਰ ਦੀ ਦੇਖ ਰੇਖ ਵਿੱਚ ਜੋ ਅੱਜ ਕਿਸਾਨ ਦੇ ਨਾਲ ਜੋ ਧੱਕਾ ਹੋ ਰਿਹਾ ਵਾ ਉਹਦੇ ਹੱਕ ਦੇ ਵਿੱਚ ਨੂਰਮਹਿਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪ੍ਰੈਸ ਕਲੱਬ ਦੇ ਸਾਰੇ ਮੈਂਬਰ ਇਕੱਠੇ ਹੋਏ ਆ। ਅਸੀਂ ਉਹਨਾਂ ਦਾ ਸਮਰਥਨ ਦਿੰਦੇ ਆ ਤੇ ਮੈਂ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਕਿਸਾਨਾਂ ਦੇ ਹੱਕ ਵਿੱਚ, ਇਹ ਕਿਸਾਨਾਂ ਦੀ ਲੜਾਈ ਨਹੀਂ, ਸਾਰੇ ਸਭ ਦੀ ਸਾਂਝੀ ਲੜਾਈ ਹੈ, ਤਾਂ ਸਾਨੂੰ ਸਭ ਨੂੰ ਉਹਨਾਂ ਦੀ ਸਪੋਰਟ ਵਿੱਚ ਆਉਣਾ ਚਾਹੀਦਾ। ਇੰਨੇ ਕਹਾਂਗਾ ਜੀ। ਜੈ ਹਿੰਦ ਜੀ। ਅੱਜ ਦੇਸ਼ ਵਿਆਪੀ ਬੰਦ ਦੇ ਸੱਦੇ ਤੇ ਜਿਹੜਾ ਦਿੱਲੀ ਦੇ ਮੋਰਚੇ ਤੋਂ ਕਿਸਾਨ ਜਥੇਬੰਦੀਆਂ ਨੇ ਦਿੱਤਾ, ਸਾਡੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਉਹਦੀ ਪੁਰਜ਼ੋਰ ਹਮਾਇਤ ਕਰਦੀ ਆ। ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਜਥੇਬੰਦੀ ਇਹਨਾਂ ਧਰਨਿਆਂ ਦੇ ਵਿੱਚ ਸ਼ਿਰਕਤ ਕੀਤੀ ਆ ਤੇ ਇਹਨਾਂ ਦੀ ਸਰਗਰਮ ਹਮਾਇਤ ਕੀਤੀ ਆ। ਅਸੀਂ ਸਮਝਦੇ ਹਾਂ ਕਿ ਮੋਦੀ ਸਰਕਾਰ ਨੇ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਆ ਇਹਨਾਂ ਨਾਲ ਖੇਤੀਬਾੜੀ ਤਬਾਹ ਹੋਏਗੀ ਤੇ ਸਮੁੱਚੀ ਆਰਥਿਕਤਾ ਜਿਹੜੀ ਆ ਉਹ ਬਰਬਾਦ ਹੋਏਗੀ, ਜਿਨ੍ਹਾਂ ਨਾਲ ਇਕੱਲੇ ਕਿਸਾਨ ਹੀ ਨਹੀਂ, ਜਿਹੜੇ ਛੋਟੇ ਦੁਕਾਨਦਾਰ, ਮਜ਼ਦੂਰ ਹੈ, ਖਪਤਕਾਰ ਹੈ, ਉਹ ਵੀ ਤਬਾਹ ਹੋਣਗੇ। ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਆ, ਅਬਾਨੀ ਅਡਾਨੀ ਵਗੈਰਾ, ਉਹਨਾਂ ਨੂੰ ਜਦੋਂ ਇਹ ਖੁੱਲ੍ਹ ਦਿੱਤੀ ਆ ਕਿ ਉਹ ਜਿੰਨੀ ਮਰਜ਼ੀ ਜਿਹੜੀ ਕਣਕ, ਅਨਾਜ, ਝੋਨਾ ਸਟੋਰੇਜ ਕਰਕੇ ਉਹ ਖਰੀਦ ਸਕਦੇ ਆ ਲੱਖਾਂ ਬੋਰੀਆਂ। ਤੇ ਉਹਨਾਂ ਨੇ ਪਹਿਲੋਂ ਮਤਲਬ ਜਿੱਦਾਂ ਬਿਹਾਰ ਤੇ ਯੂਪੀ ਦੇ ਕਿਸਾਨਾਂ ਤੋਂ ਜਦੋਂ ਮੰਡੀ ਸਿਸਟਮ ਇਹਨਾਂ ਨੇ ਖਤਮ ਕਰ ਦਿੱਤਾ ਤੇ ਉਹ 800-900 ਹਜ਼ਾਰ ਨੂੰ ਖਰੀਦ ਕੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਖਪਤਕਾਰਾਂ ਨੂੰ 50-60 ਰੁਪਏ ਕਿਲੋ ਦੇਣਾ ਤੇ ਉਹਨਾਂ ਦੀ ਜਿਹੜੀ ਬਦਹਾਲੀ ਆ, ਉਹਨਾਂ ਦੀ ਭਰੀਖੀ ਭੁੱਖਰਾਂ ਗਰੀਬੀ ਕੰਗਾਲੀ ਆ ਉਹ ਵਧਣੀ ਆ। ਗਰੀਬ ਨੇ ਹੋਰ ਗਰੀਬ ਹੋਣਾ, ਅਮੀਰ ਨੇ ਹੋਰ ਅਮੀਰ ਹੋਣਾ। ਇਹ ਮੋਦੀ ਸਰਕਾਰ ਅਬਾਨੀ ਅਡਾਨੀ ਜੁੰਡਲੀ ਦੀ ਸਰਕਾਰ ਹੈ ਤੇ ਉਹਨਾਂ ਦੀ ਲੁੱਟ ਕਰਾਉਣ ਲਈ ਇਹ ਸਾਰੇ ਜਿਹੜੇ ਕਾਲੇ ਕਾਨੂੰਨ ਹੈ ਕਰਮ ਬਾਰ ਕਰਮ ਉਹ ਲਿਆ ਰਹੀ ਆ। ਇਕੱਲੇ ਕਿਸਾਨਾਂ ਲਈ ਨਹੀਂ, ਇਹਨਾਂ ਨੇ ਮਜ਼ਦੂਰਾਂ ਦੇ ਵੀ 40 ਜਿਹੜੇ ਉਹਨਾਂ ਦੇ ਹਿੱਤ ਦੇ ਕਾਨੂੰਨ ਸੀਗੇ ਟ੍ਰੇਡ ਯੂਨੀਅਨ ਦੇ, ਉਹਨਾਂ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਨੂੰ ਹੱਥ ਪੈਰ ਨੂੜ ਕੇ ਵੱਡੇ ਵੱਡੇ ਕਾਰਖਾਨਿਆਂ ਦੇ ਅੱਗੇ ਪਰੋਸ ਦਿੱਤਾ ਤੇ ਉਹ ਆਪਣੀ ਮਤਲਬ ਜਿਹੜੀ ਹੈਗੀ ਆ ਕੋਈ ਜਿਹੜੀ ਟ੍ਰੇਡ ਯੂਨੀਅਨ ਸਰਗਰਮੀ ਨਹੀਂ ਕਰ ਸਕਦੇ। ਇਸ ਕਰਕੇ ਜਿਹੜੇ ਬਿਜਲੀ ਬਿੱਲ 2020 ਆ ਉਹਦੇ ਨਾਲ ਵੀ
ਮਜ਼ਦੂਰਾਂ ਤੇ ਕਿਸਾਨਾਂ ਦੀ ਲੁੱਟ ਹੋਣੀ ਹੈ, ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਜਦੋਂ ਬਿਜਲੀ ਬੋਰਡ ਵੇਚ ਦਿੱਤਾ ਤੇ ਉਹਨਾਂ ਨੇ ਬਹੁਤ ਮਹਿੰਗੇ ਭਾਅ 'ਤੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਦੇਣੀ ਹੈ ਸਬਸਿਡੀ ਉਹਨਾਂ ਦੀ ਖਤਮ ਕਰਨੀ ਹੈ। ਇਸ ਕਰਕੇ ਇਹ ਜਿਹੜਾ ਅੰਦੋਲਨ ਹੈ ਇਹ ਸਮੁੱਚੇ ਵਰਗਾਂ ਦਾ ਅੰਦੋਲਨ ਹੈ ਤੇ ਇਹਦੇ ਲਈ ਸਾਰੇ ਵਰਗ ਇਸੇ ਕਰਕੇ ਦੀ ਹਮਾਇਤ ਕਰ ਰਹੇ ਆ। ਮੋਦੀ ਤੇ ਅਬਾਨੀ ਅਡਾਨੀ ਦੀ ਜੁਗਲੀ ਨੂੰ ਇਸ ਸੰਘਰਸ਼ ਦੇ ਅੱਗੇ ਝੁਕਣਾ ਪਏਗਾ। ਕਿਆ ਆਪਣੇ ਕਰਾਮਾਤ ਪੰਜਾਬੀਆਂ ਦੀ ਕਿੰਨੀ ਪ੍ਰਾਪਤੀ ਵੱਡੀ, ਪਰ ਅੱਜ ਦੁਨੀਆ ਦੇ ਲੋਕ ਚਾਹੇ ਕੈਨੇਡਾ ਦਾ ਰਾਸ਼ਟਰਪਤੀ ਹੋਵੇ, ਚਾਹੇ ਅਮਰੀਕਾ ਦੇ ਹੁਕਮਰਾਨ ਹੋਣ, ਅਸੀਂ ਕਾਲੇ ਕਾਨੂੰਨ ਰੱਦ ਕਰਾਉਣ ਆਏ ਮੋਦੀ ਤੋਂ। ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ, ਸਾਨੂੰ ਡਰ ਜ਼ਾਲਮ ਸਰਕਾਰਾਂ ਤੋਂ। ਮੋਦੀ ਜੈ ਅਹਿਮਦ ਸ਼ਾਹ ਗਰਦਾਰਾਂ ਤੋਂ, ਸਾਨੂੰ ਡਰ ਜ਼ਾਲਮ ਸਰਕਾਰਾਂ ਤੋਂ। ਸਾਡੇ ਘਰ ਵਾਲੇ ਬੱਚੇ ਅੱਜ ਉੱਥੇ ਬੈਠੇ ਆ, ਅਸੀਂ ਇੱਥੇ ਧਰਨਾ ਦਿੰਦੇ ਆ ਤੇ ਅਸੀਂ ਮਰ ਜਾਵਾਂਗੇ, ਪਰ ਅਸੀਂ ਆਪਣੀ ਪੈਲੀ ਦੇ ਵਿੱਚ ਪੈਰ ਨਹੀਂ ਪਾਉਣ ਦੇਣਾ ਕਿਸੇ ਨੂੰ ਵੀ। ਸਾਡੇ ਬੱਚੇ ਕੁਰਬਾਨੀਆਂ ਦੇਣਗੇ, ਸਾਡੇ ਘਰ ਵਾਲੇ ਕੁਰਬਾਨੀਆਂ ਦੇਣਗੇ ਤੇ ਅਸੀਂ ਵੀ ਨਾਲ ਹੀ ਕੁਰਬਾਨੀਆਂ ਦੇਵਾਂਗੇ। ਜੈ ਹਿੰਦ। श्री राजकुमार सोता नगर कौंसल ਨੂਰਮਹਿਲ, ਜੋ ਕਿਸਾਨ ਜਥੇਬੰਦੀਆਂ ਦਾ ਤੇ ਪ੍ਰੈਸ ਮੀਡੀਆ ਵਾਲਿਆਂ ਦਾ ਸੁਨੇਹਾ ਸਾਨੂੰ ਮਿਲਿਆ ਕਿ ਨੂਰਮਹਿਲ ਦੇ ਇਲਾਕੇ ਦੇ ਵਿੱਚੋਂ ਸਾਰੇ ਹੀ ਇਸ ਮੁਹਿੰਮ ਦੇ ਵਿੱਚ ਪਹੁੰਚੇ ਆ। ਮੋਦੀ ਸਾਹਿਬ ਨੇ ਜਿਹੜੇ 3 ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਹੈਗੇ ਆ ਉਹਨਾਂ ਨੂੰ ਰੱਦ ਕਰਾਉਣ ਲਈ ਸਾਰੀਆਂ ਜਥੇਬੰਦੀਆਂ ਨਾਲ ਆ, ਵਾਲਮੀਕ ਭਾਈਚਾਰਾ ਵੀ ਨਾਲ ਆ। ਬਾਕੀ ਸਾਡੇ ਕਾਂਗਰਸ ਪਾਰਟੀ ਨੇ, ਮੈਂਬਰ ਪਾਰਲੀਮੈਂਟ ਨੇ ਵੀ ਸਾਨੂੰ ਕਿਹਾ, ਹਲਕਾ ਇੰਚਾਰਜ ਨੇ ਵੀ ਕਿਹਾ ਕਿ ਇਸ ਮੁਹਿੰਮ ਦੇ ਵਿੱਚ ਪੂਰੀ ਤੁਸੀਂ ਵੀ ਵੱਧ ਚੜ ਕੇ ਆਉਣਾ ਆ ਤੇ ਅਸੀਂ ਜ਼ਿਮੀਂਦਾਰ ਭਰਾਵਾਂ ਦੇ ਨਾਲ ਸਾਰਿਆਂ ਨਾਲ ਖੜੇ ਆ, ਸਾਂਝੀਵਾਦ ਨਾਲ ਖੜੇ ਆ। ਜਿੱਥੇ ਵੀ ਸਾਡੀ ਜਾਣਕਾਰੀ ਲੋੜ ਹੋਊਗੀ, ਜਿੱਥੇ ਵੀ ਸ਼ਹਾਦਤ ਦੇਣ ਦੀ ਲੋੜ ਹੋਊਗੀ, ਉੱਥੇ ਅਸੀਂ ਦੇਣ ਨੂੰ ਤਿਆਰ ਆ। ਤੇ ਨਾਲ ਦੀ ਨਾਲ ਪੱਤਰਕਾਰ ਭਾਈਚਾਰੇ ਨੇ ਜਿਹੜਾ ਨੂਰਮਹਿਲ ਦੇ ਵਿੱਚ ਸੰਯੋਗ ਦਿੱਤਾ ਹੈਗਾ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੁਕਾਨਦਾਰ ਵੀਰਾਂ ਦਾ ਵੀ ਧੰਨਵਾਦ ਤੇ ਜੈ ਵਾਲਮੀਕੀ, ਹਰ ਹਰ ਵਾਲਮੀਕੀ। ਮੈਂ ਦੇਵਰਾਜ ਸੁਮਨ, ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ। ਅੱਜ ਦੇ ਇਸ ਭਾਰਤ ਬੰਦ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਸਾਡੀ ਭੈਣ ਕੁਮਾਰੀ ਮਹਾਰਾਜ ਨੇ ਐਲਾਨ ਕੀਤਾ ਵੀ ਪੂਰੇ ਦੇਸ਼ ਦੇ ਅੰਦਰ ਜਿੱਥੇ ਵੀ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਸੰਘਰਸ਼ ਕਰਦੀਆਂ, ਉਹਨਾਂ ਦਾ ਸੰਘਰਸ਼ ਦਾ ਅਸੀਂ ਜਿਹੜਾ ਪੂਰਾ ਹਿੱਸਾ ਹੋਵਾਂਗੇ ਔਰ ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਮੂਹਰਲੀ ਕਤਾਰ ਦੇ ਵਿੱਚ ਅੱਗੇ ਹੋ ਕੇ ਜਿਹੜੀ ਲੜਾਈ ਲੜਾਂਗੇ। ਔਰ ਮੈਂ ਇੱਕ ਖਾਸ ਕਰਕੇ ਗੱਲ ਕਹਿਣੀ ਚਾਹੁੰਦਾ ਵੀ ਜਦ ਦਾ ਮੋਦੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ, ਇਹਦੇ ਤੋਂ ਸਾਰੇ ਵਰਗ ਦੁਖੀ ਆ। ਵਪਾਰੀ ਵਰਗ ਦੁਖੀ ਆ, ਮਜ਼ਦੂਰ ਵਰਗ ਦੁਖੀ ਆ, ਵਿਦਿਆਰਥੀ ਦੁਖੀ ਆ, ਜਿਹੜੇ ਕਿ ਮੁਸਲਮਾਨ ਦੁਖੀ। ਇਸ ਦੇਸ਼ ਦੇ ਵਿੱਚ ਅਰਾਜਕਤਾ ਪੈਦਾ ਹੋਈ ਆ, ਜਦ ਕਿ ਧੀਆਂ ਭੈਣਾਂ ਰੇਪ ਹੁੰਦੇ ਆ, ਉਹਨਾਂ ਦੀ ਸੁਣਵਾਈ ਤੱਕ ਨਹੀਂ ਹੋ ਰਹੀ। ਇਸ ਕਰਕੇ ਅਸੀਂ ਇਹ ਮੋਦੀ ਸਰਕਾਰ ਦੀ ਘੋਰ ਨਿੰਦਾ ਕਰਦੇ ਹਾਂ। ਜਿਹੜੇ ਆਰਡੀਨੈਂਸ ਕਿਸਾਨਾਂ ਦੇ ਔਰ ਮਜ਼ਦੂਰਾਂ ਦੇ ਖਿਲਾਫ ਲੈ ਕੇ ਆਉਂਦੇ ਆ, ਇਹਨਾਂ ਦੀ ਵੀ ਅਸੀਂ ਨਿੰਦਾ ਕਰਦੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜੇ ਆਰਡੀਨੈਂਸ ਵਾਪਸ ਹੋਣੇ ਚਾਹੀਦੇ ਆ। ਮੈਂ ਤਾਂ ਇੱਕ ਗੱਲ ਜਾਣਦਾ ਵੀ ਜਦੋਂ ਅਸੀਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹਾਂ, ਜੇ ਸਾਨੂੰ ਬੁਖਾਰ ਆ ਤੇ ਡਾਕਟਰ ਸਾਨੂੰ ਢਿੱਡ ਦੀ ਦਵਾਈ ਦੇਵੇ ਜਾਂ ਪੇਟ ਦਰਦ ਦੀ ਦਵਾਈ ਦੇਵੇ ਧੱਕੇ ਦੇ ਨਾਲ, ਉਹ ਅਸੀਂ ਕਾਹਤੇ ਲਵਾਂਗੇ। ਔਰ ਮੋਦੀ ਜਿਹੜਾ ਆ ਕਿਸਾਨਾਂ ਨੂੰ ਜਦ ਆਰਡੀਨੈਂਸਾਂ ਦਾ ਫਾਇਦਾ ਹੀ ਨਹੀਂ ਹੈ ਕੋਈ ਵੀ, ਉਹਨਾਂ ਤੇ ਧੱਕੇ ਨਾਲ ਕਾਹਤੇ ਕਹਿ ਰਿਹਾ ਵੀ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਏਗਾ। ਇਸ ਕਰਕੇ ਕਿਸਾਨਾਂ ਦੀ ਗੱਲ ਜਿਹੜੀ ਆ, ਮਜ਼ਦੂਰਾਂ ਦੀ ਗੱਲ ਜਿਹੜੀ ਆ, ਇਸ ਦੇਸ਼ ਦੇ ਵਸਿੰਦਿਆਂ ਦੀ ਗੱਲ, ਇਸ ਦੇਸ਼ ਦੀ ਨਾਗਰਿਕਤਾ ਦੀ ਗੱਲ ਜਿਹੜੀ ਮੰਨੀ ਜਾਣੀ ਚਾਹੀਦੀ ਆ। ਜਿਹੜੇ ਕਿਸਾਨ ਸੜਕਾਂ ਤੇ ਅੱਜ, ਸਾਡੀਆਂ ਬੀਬੀਆਂ ਭੈਣਾਂ ਸੜਕਾਂ ਤੇ ਅੱਜ, ਮਜ਼ਦੂਰ ਸੜਕਾਂ ਤੇ ਅੱਜ, ਇਹਨਾਂ ਦੀ ਗੱਲ ਸੁਣੀ ਚਾਹੀਦੀ ਆ। ਇਹ ਜਿਹੜੇ ਆਰਡੀਨੈਂਸ ਲੋਕ ਵਿਰੋਧੀ ਆ, ਕਿਸਾਨ ਵਿਰੋਧੀ ਆ, ਮਜ਼ਦੂਰ ਵਿਰੋਧੀ ਆ, ਜਿਹੜੇ ਸਾਰੇ ਵਰਗਾਂ ਦੇ ਵਿਰੁੱਧ 'ਚ ਬਹਿਲਿਆ, ਇਹ ਵਾਪਸ ਹੋਣੇ ਚਾਹੀਦੇ ਆ। ਇਹਦੀ ਮੈਂ ਘੋਰ ਨਿੰਦਾ ਕਰਦਾ ਔਰ ਬਹੁਜਨ ਸਮਾਜ ਪਾਰਟੀ ਦਾ ਡਟ ਕੇ ਮੁਕਾਬਲਾ ਕਰੇਗੀ, ਕਿਸਾਨਾਂ ਦਾ ਪੂਰਾ ਸਾਥ ਦੇਵੇਗੀ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦਿਆਰਥੀ ਦੀ ਐਜੂਕੇਸ਼ਨ ਫੇਰ ਕੀਤੀ ਗਈ। ਦੇਖੋ ਇੱਕ ਦਾ ਰਾਜਾ ਮੈਂ ਅੱਜ ਤੱਕ ਨਹੀਂ ਦੇਖਿਆ, ਕਿਉਂਕਿ ਦੇਸ਼ ਵਿੱਚ ਜਿਹੜੀ ਜਥੇਬੰਦੀ ਵੀ ਕੋਈ ਸੰਘਰਸ਼ ਕਰਨ। ਜੈ ਹਿੰਦ। ਮੈਂ ਅਲਾਈਨ ਅਸ਼ੋਕ ਸੰਧੂ, ਪ੍ਰਧਾਨ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ। ਮੈਂ ਅੱਜ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਵੱਲੋਂ, ਕਿਸਾਨ ਮਜ਼ਦੂਰਾਂ ਵੱਲੋਂ, ਇਹ ਜਿਹੜਾ ਸਾਡਾ ਅੱਜ ਧਰਨਾ ਪ੍ਰਦਰਸ਼ਨ ਲਗਾਇਆ ਗਿਆ, ਇਹ ਨੂਰਮਹਿਲ ਦੇ ਪੱਤਰਕਾਰ ਜਿਹੜੇ ਭਾਈਚਾਰ ਨਾਲ ਸੰਬੰਧ ਰੱਖਦੇ ਹੈਗੇ ਆ, ਸ਼ਖਸੀਅਤਾਂ, ਉਹਨਾਂ ਨੇ ਲਗਾਇਆ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ।
ਉਹਦੇ ਧੰਨਵਾਦ ਕਰਨ ਦੇ ਨਾਲ ਨਾਲ ਮੈਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਜੀ ਹੈਗੇ ਆ ਉਹਨਾਂ ਜਿਤਾਉਣਾ ਚਾਹੁੰਦਾ ਕਿ ਕਿਸਾਨਾਂ ਦੇ ਨਾਲ ਜਿਹੜਾ ਤੁਸੀਂ ਧੱਕੇਸ਼ਾਹੀ ਕਰ ਰਹੇ ਹੋ ਇਹਨੂੰ ਤੁਰੰਤ ਬੰਦ ਕਰ ਦਿਓ। ਇਹ ਉਹ ਕੌਮ ਆ ਜਿਹੜੀਆਂ ਸੱਪਾਂ ਦੀਆਂ ਸਿਰਾਂ ਮਿੱਧ ਕੇ ਲੋਕਾਂ ਨੂੰ ਅੰਨ ਨਕੀਆ ਪ੍ਰੋਵਾਈਡ ਕਰਦੀਆਂ ਹੈਗੀਆਂ। ਤੁਹਾਡਾ ਸਾਡਾ ਸਾਰਿਆਂ ਦਾ ਜਿਹੜਾ ਹੈਗਾ ਢਿੱਡ ਭਰਦੀਆਂ। ਜੇ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਇਹਨਾਂ ਨੂੰ ਡਰਾ ਲਓਗੇ ਧਮਕਾ ਲਓਗੇ ਤੇ ਇਹ ਤੁਹਾਡੇ ਮਨ ਦਾ ਬਹੁਤ ਵੱਡਾ ਭੁਲੇਖਾ ਹੈਗਾ। ਸੋ ਮੈਂ ਤੁਹਾਨੂੰ ਇੱਕ ਬਹੁਤ ਛੋਟੀ ਜਿਹੀ ਔਰ ਨੇਕ ਸਲਾਹ ਦੇਣੀ ਚਾਹੁੰਦਾ ਕਿ ਜਿਹੜੇ ਕਿਸਾਨ ਮਜ਼ਦੂਰ ਏਕਤਾ ਹੈਗੀ ਆ ਇਹ ਤੋਂ ਡਰ ਜਾਓ, ਤਾਂ ਹੀ ਜਿਹੜਾ ਤੁਸੀਂ ਆਪਣਾ ਜਿਹੜਾ ਹੈਗਾ ਤਾਜ ਰਾਜ ਜਿਹੜਾ ਹੈਗਾ ਬਚਾ ਸਕੋਗੇ। ਅਦਰਵਾਈਜ਼ ਜਿਹੜਾ ਤੁਹਾਡਾ ਪਤਨ ਹੈਗਾ ਉਹ ਬਿਲਕੁਲ ਨਜ਼ਦੀਕ ਆ। ਤੇ ਇਹਦੇ ਨਾਲ ਨਾਲ ਮੈਂ ਨਕੀ ਅੱਜ ਦਾ ਜੋ ਨਕੀ ਪੱਤਰਕਾਰ ਭਾਈਚਾਰੇ ਵੱਲੋਂ ਐਡਾ ਵੱਡਾ ਆਯੋਜਨ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀਆਂ ਸਾਡੀਆਂ ਇਲਾਕੇ ਦੀਆਂ ਧੀਆਂ ਭੈਣਾਂ ਵੀ ਸ਼ਾਮਲ ਹੋਈਆਂ ਉਹਨਾਂ ਦਾ ਵੀ ਇੱਥੇ ਆਉਣ 'ਤੇ ਮੈਂ ਧੰਨਵਾਦ ਕਰਦਾ ਔਰ ਇਹ ਸਾਰਿਆਂ ਨਾਲ ਵਾਅਦਾ ਕਰਦਾ ਵੀ ਜਿੱਥੇ ਜਿੱਥੇ ਵੀ ਜਦੋਂ ਵੀ ਸਾਡੀ ਨਕੀ ਜ਼ਰੂਰਤ ਪਊਗੀ ਅਸੀਂ ਇਹਨਾਂ ਨਕੀਆ ਸਾਰੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਔਰ ਖੜੇ ਰਹਾਂਗੇ। ਜੈ ਹਿੰਦ। ਦੇਖੋ ਇੱਦਾਂ ਦਾ ਰਾਜਾ ਮੈਂ ਅੱਜ ਤੱਕ ਨਹੀਂ ਦੇਖਿਆ ਕਿਉਂਕਿ ਦੇਸ਼ ਵਿੱਚ ਜਿਹੜੀ ਜਥੇਬੰਦੀ ਦੀ ਕੋਈ ਸੰਘਰਸ਼ ਕਰਨ। ਜੈ ਹਿੰਦ। ਮੈਂ ਬਹਾਦਰ ਸਿੰਘ ਸ਼ਾਦੀਪੁਰ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਧਰਨੇ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਆ। ਅਤੇ ਮੋਦੀ ਸਾਹਿਬ ਨੂੰ ਇਹ ਅਪੀਲ ਕਰਦਾ ਹਾਂ ਜਿਹੜੇ ਕਾਲੇ ਕਾਨੂੰਨ ਤੁਸੀਂ ਲਾਗੂ ਕੀਤੇ ਆ ਉਹਨਾਂ ਨੂੰ ਵਾਪਸ ਲਓ ਔਰ ਜਿਸ ਤਰ੍ਹਾਂ ਤੁਸੀਂ ਨੋਟਬੰਦੀ ਕੀਤੀ ਸੀ ਮੈਂ ਤੁਹਾਡੇ ਸਾਰੇ ਲੀਡਰਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਨੋਟਬੰਦੀ ਦੌਰਾਨ 125 ਬੰਦੇ ਜਿਹੜੇ ਸਰਕਾਰੀ ਅੰਕੜੇ ਦੱਸਦੇ 125 ਬੰਦੇ ਮਰ ਗਏ ਸੀ ਉਹਨਾਂ ਦਾ ਕਾਤਲ ਕੌਣ ਆ? ਰਿਜ਼ਰਵ ਬੈਂਕ ਦਾ ਗਵਰਨਰ ਕਾਤਲ ਆ ਜਾਂ ਤੁਸੀਂ ਕਾਤਲ ਹੋ? ਉਹਨਾਂ 125 ਬੰਦਿਆਂ ਦਾ ਕਾਤਲ ਕੌਣ ਆ? ਤੁਸੀਂ GST ਲਾਗੂ ਕੀਤੀ ਉਹਦਾ ਕੋਈ ਲੜ ਸਿਰਾ ਨਹੀਂ ਹੈਗਾ। ਸੋ ਮੈਂ ਇੱਕ ਵਾਰ ਫਿਰ ਤੋਂ ਸਾਰੇ ਆਏ ਹੋਏ ਕਿਸਾਨ ਵੀਰਾਂ ਦਾ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਔਰ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੋਦੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਹਾਂ ਵੀ ਤੁਸੀਂ ਇਹ ਕਾਲੇ ਕਾਨੂੰਨ ਜਿਹੜੇ ਵਾਪਸ ਲਓ। ਇਹ ਥੋਪੋ ਨਾ ਇਹਨਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਤੁਸੀਂ ਇਹ ਕਾਨੂੰਨ ਥੋਪ ਰਹੇ ਹੋ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਕਾਨੂੰਨ ਕਿਸ ਤਰ੍ਹਾਂ ਦੇ ਕਾਨੂੰਨ ਆ। ਤਾਂ ਹੁਣ ਪਤਾ ਲੱਗਾ ਵੀ ਇਹ ਕਾਨੂੰਨ ਬਹੁਤ ਮਾੜੇ ਆ, ਤੁਸੀਂ ਇਹਨਾਂ ਨੂੰ ਚੰਗੇ ਕਹੀ ਜਾਂਦੇ ਹੋ। ਬਾਦਲ ਸਾਹਿਬ ਉਹਨਾਂ ਨੇ ਤੁਹਾਨੂੰ ਲਿਆ ਕੇ ਪੰਜਾਬ ਦੇ ਸਿਰ ਤੇ ਬਿਠਾ ਦਿੱਤਾ। ਤੁਸੀਂ 117 ਸੀਟਾਂ ਭਾਲਦੇ ਪੰਜਾਬ ਦੇ ਵਿੱਚੋਂ, ਕਿਤੇ ਜਿਹੜੀਆਂ ਤੁਹਾਡੀਆਂ 4 ਹੈਗੀਆਂ ਉਹ ਵੀ ਨਾ ਗਵਾ ਲਿਓ। ਸੋ ਸਾਡੀ ਇਹੋ ਹੀ ਬੇਨਤੀ ਆ ਵੀ ਤੁਸੀਂ ਇਹ ਕਾਨੂੰਨ ਜਿਹੜੇ ਵਾਪਸ ਲਓ ਔਰ ਇਹਨਾਂ ਦਾ ਸਾਥ ਦਿਓ। ਜਿਸ ਤਰ੍ਹਾਂ ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਪਰਿਵਾਰ ਦਾ ਮੁਖੀ ਜਿਹੜਾ ਆ ਉਹਦਾ ਪਰਿਵਾਰ ਨੂੰ ਪਾਲਣ ਲਈ ਬਹੁਤ ਵੱਡਾ ਯੋਗਦਾਨ ਹੁੰਦਾ। ਤੁਸੀਂ ਪੂਰੀ ਸਟੇਟ ਦੇ ਮੁਖੀ ਹੋ, ਤੁਸੀਂ ਪੂਰੇ ਹਿੰਦੁਸਤਾਨ ਦੇ ਮੁਖੀ ਹੋ, ਤੁਸੀਂ ਬੇੜਾ ਕਰਕੇ ਰੱਖ ਦਿੱਤਾ। ਸਾਰੇ ਲੋਕ ਤੁਹਾਡੇ ਵਿਰੋਧ ਵਿੱਚ ਆ, ਤੁਹਾਨੂੰ ਕੋਈ ਮੋਦੀ ਸਾਹਿਬ ਕਹਿਣ ਨੂੰ ਤਿਆਰ ਨਹੀਂ ਹੈਗਾ। ਤੁਸੀਂ ਤਾਂ ਦੇਸ਼ ਮਾਂਜ ਕੇ ਰੱਖਦਾ, ਭਾਂਡੇ ਮਾਂਜਦਿਆਂ ਨੇ। ਤੁਸੀਂ ਕੁਛ ਤਾਂ ਸੋਚੋ। ਆ ਜਿਹੜੇ ਬੀਬੀਆਂ ਭੈਣਾਂ ਬੈਠੀਆਂ ਧੱਕੇ ਖਾ ਰਹੀਆਂ ਆ ਇਹਨਾਂ ਦਾ ਸੋਚੋ, ਬੱਚਿਆਂ ਦਾ ਸੋਚੋ। ਇੱਥੇ ਕੀ ਹੁੰਦਾ ਆ ਕਈ ਵਾਰੀ ਸਾਡੇ ਘਰ ਵਿੱਚ ਬੱਚਾ ਬਿਮਾਰ ਹੋ ਜਾਏ ਤਾਂ ਸਾਡਾ ਸਾਰਾ ਟੱਬਰ ਜਿਹੜਾ ਉਹ ਸੌਂਦਾ ਨਹੀਂ, ਕੋਈ ਦਵਾਈ ਦੇਣ ਡਿਆ ਹੁੰਦਾ, ਕੋਈ ਕੁਛ ਕਰਨ ਡਿਆ ਹੁੰਦਾ। ਤੇ ਸਾਡੀ ਇਹ ਰੀਤ ਹੈ ਗਵਾਂਢ ਦੇ ਵਿੱਚ ਕੋਈ ਮਰ ਜਾਏ ਤਾਂ ਅਸੀਂ 10 ਮਿੰਟ ਅਫਸੋਸ ਕਰਕੇ ਰਾਤ ਨੂੰ ਘਰ ਆ ਕੇ ਸੌਂ ਜਾਂਦੇ ਹਾਂ। ਘਰਦਿਆਂ ਨੂੰ ਨੀਂਦ ਨਹੀਂ ਆਉਂਦੀ। ਤੁਹਾਨੂੰ ਇਹ ਸਾਰੀ 130 ਕਰੋੜ ਦੀ ਆਬਾਦੀ ਜਿਹੜੀ ਉਹ ਜਾਗ ਰਹੀ ਆ, ਤੜਫ ਰਹੀ ਆ, ਠੰਡ 'ਚ ਮਰ ਰਹੀ ਆ। ਤੁਸੀਂ ਮੁਖੀ ਹੋਣ ਦੇ ਨਾਤੇ ਤੁਹਾਨੂੰ ਇਹਦਾ ਫਿਕਰ ਹੀ ਕੋਈ ਨਹੀਂ ਹੈਗਾ। ਤੁਸੀਂ ਇਹਨਾਂ ਦਾ ਫਿਕਰ ਕਰੋ, ਇਹਨਾਂ ਦੀਆਂ ਜਾਨਾਂ ਬਖਸ਼ ਲਓ। ਤੁਸੀਂ ਇਤਿਹਾਸ ਨਹੀਂ ਸੁਣਿਆ, ਤੁਸੀਂ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ। ਇਹਨਾਂ ਨੇ ਤਾਂ ਲੰਡਨ ਜਾ ਕੇ ਤੁਹਾਨੂੰ ਪਤਾ ਹੀ ਆ ਉਡਵੈਰ ਨਾਲ ਕੀ ਕੀਤਾ ਸੀਗਾ। ਸੋ ਇਹਨਾਂ ਗੱਲਾਂ ਦਾ ਖਿਆਲ ਕਰੋ, ਇਹ ਜ਼ਰੂਰੀ ਆ। ਤੁਸੀਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ, ਕਾਲੇ ਕਾਨੂੰਨ ਵਾਪਸ ਲਓ, ਇਹਨਾਂ ਨੂੰ ਅਡਾਨੀ ਅਬਾਨੀਆਂ ਨੂੰ ਸਾਡੇ ਸਿਰ ਤੇ ਨਾ ਬਿਠਾਓ। ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।